अमौलिका या साहिबुल असर व ज़मान बफ़िज़ान मुर्शद अब्द हैदर। मौला दा साथ निहायत ही कठिन तरीन है, जबकि क़यामत दे विच मनना बड़ा आसान है। अज दी वीडियो ऐसो जी है कि यकीन करो कि बहुत ही सख्त वीडियो है, बहुत ही सख्त, लेकिन हकीकत है। कोई अफसर होवे या कोई बॉस होवे ना ते आम वर्करां दे नाल उंदा लहजा बड़ा सख्त हुंदा है। मतलब हाँ जी, मूँह हर टाइम इस तरह के जिवें उन्हें खा ही जाना है। ਉਹ ਉਹਨਾਂ ਨਾਲ ਫਰੀ ਨਹੀਂ ਹੁੰਦਾ, ਨਾ ਉਹਨਾਂ ਦੀ ਗਮੀ ਖੁਸ਼ੀ ਚ ਉਹਨੂੰ ਐਡੀ ਕੋਈ ਤਰਜੀਹ ਦਿੰਦਾ ਹੈ। ਠੀਕ ਹੈ, ਹਾਲਾਂਕਿ ਉਹ ਬਾਕੀ ਜਿਹੜੇ ਲੋਕ ਹੁੰਦੇ ਨੇ ਉਹਦੇ ਦਰਜੇ ਦੇ ਬੰਦੇ ਹੁੰਦੇ ਨੇ, ਉਹਨਾਂ ਨਾਲ ਹੱਸਦਾ ਖੇਡਦਾ ਵੀ ਹੈ, ਸਾਰਾ ਕੁਝ ਕਰਦਾ ਹੈ, ਖਾਣਾ ਪੀਣਾ ਵੀ ਖਾਂਦਾ ਹੈ, ਲੇਕਿਨ ਆਮ ਵਰਕਰਾਂ ਨਾਲ ਉਹ ਸੀਰੀਅਸ, ਮਤਲਬ ਸੀਰੀਅਸ ਹੀ ਰਹਿੰਦਾ ਉਹਨਾਂ ਨਾਲ, ਕੰਮ ਦੀ ਗੱਲ ਜਾਂ ਬੋਲਣਾ ਤੇ ਗੁੱਸੇ 'ਚ ਬੋਲਣਾ। ਠੀਕ ਹੈ, ਅੰਦਰੋਂ ਉਹਦਾ ਦਿਲ ਕਰਦਾ ਕਿ ਮੈਂ ਇਹਨਾਂ ਨਾਲ ਹੱਸਾ ਖੇਡਾਂ, ਇਹਨਾਂ ਨਾਲ ਮਿਲ ਜੁਲ ਕੇ ਰਵਾਂ, ਲੇਕਿਨ ਉਹ ਨਹੀਂ ਕਰਦਾ। ਉਹਨੂੰ ਪਤਾ ਹੈ ਕਿ ਵਰਕਰ ਜਿਹੜੇ ਨੇ ਨਾ, ਇਹ ਛੋਟੇ ਲੋਕ ਹੁੰਦੇ ਨੇ, ਇਹਨਾਂ ਨੇ ਮਤਲਬ ਯਾਰ ਮੈਂ ਉਹਦੀ ਸੋਚ ਕਹਿ ਰਿਹਾ, ਮੈਂ ਆਪਣੀ ਨਹੀਂ ਕਹਿ ਰਿਹਾ ਤੁਹਾਨੂੰ। ਤੇ ਇਹਨਾਂ ਨੂੰ ਅਗਰ ਉਂਗਲੀ ਫੜਾਈ ਤੇ ਨਾ ਬਾਹੀਂ ਫੜ ਲੈਣੀ ਹੈ। ਠੀਕ ਹੈ, ਇਹਨਾਂ ਤੇ ਜਾਣ ਹੀ ਨਹੀਂ ਛੱਡਣੀ, ਕਦੀ ਉਹ ਕੰਮ ਕਰਦੇ ਕਦੀ ਉਹ ਕੰਮ ਕਰਦੇ। ਠੀਕ ਹੈ, ਇਹਨਾਂ ਤੇ ਮੈਨੂੰ ਕੰਮ ਹੀ ਕਹਿੰਦੇ ਰਹਿਣਾ, ਲਿਆਦਾ ਉਹ ਕੀ ਕਰਦਾ, ਉਹਨਾਂ ਨੂੰ ਮੂੰਹ ਹੀ ਨਹੀਂ ਲਾਉਂਦਾ। ਉਹ ਕਹਿੰਦਾ ਛੱਡੋ, ਛੋਟੇ ਲੋਕਾਂ ਨੂੰ ਮੂੰਹ ਹੀ ਨਹੀਂ ਲਾਉਣਾ। ਤੇ ਮਤਲਬ ਉਹ ਸਾਰਾ ਕੁਛ ਇੱਕ ਪਲੈਨਿੰਗ ਨਾਲ ਕਰ ਰਿਹਾ ਹੁੰਦਾ ਕਿ ਬਹੁਤਾ ਅਗਰ ਇਹਦਾ ਸਾਥ ਦਿੱਤਾ ਨਾ, ਬਹੁਤਾ ਇਹਦੇ ਨਾਲ ਮੈਂ ਘੁਲ ਮਿਲ ਕੇ ਰਿਹਾ ਤੇ ਇਹਨਾਂ ਤੇ ਮੈਨੂੰ ਕੰਮ ਜਾਣ ਹੀ ਨਹੀਂ ਛੱਡਣੀ, ਮੇਰਾ ਕੋਈ ਫਲਾਨਾ ਕੰਮ ਕਰਦੇ ਫਲਾਨਾ ਕੰਮ ਕਰਦੇ, ਮੈਂ ਕਿੰਨਾ ਕਿੰਨਾ ਕਰਾਂਗਾ, ਲਿਆਦਾ ਦੂਰੀ ਬਿਹਤਰ ਹੈ। ਤੇ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਇਹ ਮਿਸਾਲ ਤੇ ਮੇਰੇ ਬੜੇ ਪੁਰਾਣੀ ਜ਼ੇਨ ਦੇ ਵਿੱਚ, ਬਲਕਿ ਹਕੀਕਤ ਦੇ ਜ਼ੇਨ 'ਚ ਨਹੀਂ, ਇਹ ਹਕੀਕਤ ਵੀ ਐਵੇਂ ਹੀ ਹੋ ਰਿਹਾ। ਤੇ ਮੈਨੂੰ ਬੜਾ ਦੁੱਖ ਹੁੰਦਾ ਕਿ ਜਦੋਂ ਇਹਦੇ ਨਾਲ ਮਿਲਦੀ ਜੁਲਦੀ ਮਿਸਾਲ ਹੀ ਮੈਨੂੰ ਮੌਲਾ ਨਾਲ ਮਿਲਦੀ ਹੈ ਨਾ, ਮੈਂ ਬੜਾ ਮੈਨੂੰ ਦੁਖੀ ਹੁੰਦਾ ਕਿ ਯਾਰ ਕੀ ਹੋ ਕੀ ਰਿਹਾ। ਠੀਕ ਹੈ, ਹੋਏ ਹੋਏ ਕਹਿੰਦਾ ਇਹਨਾਂ ਤੋਂ ਦੂਰੀ ਅੱਛੀ ਹੈ। ਹਾਲਾਂਕਿ ਆਪਣੇ ਦਰਜੇ ਦੇ ਲੋਕਾਂ ਨਾਲ ਦੇ ਮਰਨੇ ਮਰਦਾ, ਸਾਰੇ ਕੰਮ ਜਾਂਦਾ ਵਿੰਦਾ, ਉਹਨਾਂ ਨੇ ਤਾਂ ਮੂੰਹ ਜਾ ਕੇ ਕਹਿੰਦਾ ਸਭ ਕੁ ਕੰਮ ਹੈ ਤੇ ਸਾਨੂੰ ਦੱਸੀ, ਠੀਕ ਹੈ, ਤੇਰਾ ਵੀਰ ਹੈਗਾ। ਉੱਥੇ ਜਾ ਕੇ ਤੇ ਇਹ ਕੁਛ ਕਹਿੰਦਾ। ਇਸੇ ਤਰ੍ਹਾਂ ਮੇਰੀ ਜਿਹੜੀ ਵੀਡੀਓ ਹੈ ਨਾ, ਇਹ ਮੈਨੂੰ ਵੀ ਸਮਝ ਨਹੀਂ ਆ ਰਹੀ ਹੈ ਕਿ ਇਹ ਤੇ ਤੁਹਾਨੂੰ ਸਮਝ ਕੀ ਆਣੀ ਹੈ, ਲੇਕਿਨ ਜਿਹੜੇ ਸਾਹਿਬੇ ਜ਼ਰਫ ਲੋਕ ਨੇ ਉਹਨਾਂ ਨੂੰ ਇਹ ਵੀਡੀਓ ਬਿਲਕੁਲ ਸਮਝ ਆਏਗੀ। ਤੇ ਜਿਹੜੇ ਸਾਹਿਬੇ ਜ਼ਰਫ ਹਾਲੇ ਏਡੇ ਨਹੀਂ ਹੋਏ ਵਿਚਾਰੇ, ਹਾਲੇ ਮੇਰੀ ਤਰ੍ਹਾਂ ਨਵੇਂ ਨਵੇਂ ਨੇ, ਉਹਨਾਂ ਨੂੰ ਸਮਝ ਨਹੀਂ ਆਣੀ। ਉਹ ਕਹਿੰਦੇ ਯਾਰ ਇਹ ਤਾਂ ਮੂੰਹ ਸਿਰ ਨਜ਼ਰ ਨਹੀਂ ਆ ਰਿਹਾ, ਲੇਕਿਨ ਜਿਨ੍ਹਾਂ ਨੂੰ ਮੈਂ ਸਮਝਾਉਣਾ ਚਾਹ ਰਿਹਾ ਨਾ, ਉਹਨਾਂ ਨੂੰ ਬੜੀ ਸੋਹਣੀ ਸਮਝ ਆ ਜਾਣੀ ਹੈ। ਇਸੇ ਤਰ੍ਹਾਂ ਇਮਾਮ ਜ਼ਮਾਨਾ ਸੱਲੱਲਾਹੁ ਅਲੈਹਿ ਵਸੱਲਮ ਦੀ ਗੈਬਤ ਨੂੰ ਹੱਦ ਤੱਕ ਮੰਨਣਾ ਨਾ, ਗੈਬਤ ਦੀ ਹੱਦ ਤੱਕ ਮੰਨਣਾ ਬੜਾ ਹੀ ਅੱਛਾ ਹੈ, ਚੰਗਾ ਲੱਗਦਾ ਹੈ ਕਿ ਮੌਲਾ ਨੂੰ ਯਾਦ ਕਰੋ, ਦਿਲ ਕਰੇ ਰੋ ਲਿਆ, ਦਿਲ ਕਰ ਲਿਆ ਹੱਸ ਲਿਆ। ਠੀਕ ਹੈ, ਮਤਲਬ ਦੁਸ਼ਮਣਾਂ ਤੇ ਲਾਨਤ ਕਰਦੀ ਨਾ ਕੀਤੀ, ਮਤਲਬ ਮੌਲਾ ਕਿਹੜਾ ਆ ਕੇ ਤੈਨੂੰ ਉਠਾ ਕੇ ਕਹਿਣ ਲੱਗੇ ਓਏ ਅੱਜ ਤੂੰ ਆ ਕੰਮ ਨਹੀਂ ਕੀਤਾ। ਮੌਲਾ ਨੇ ਤੇ ਫਰਮਾ ਛੱਡਿਆ, ਕਿਤਾਬਾਂ 'ਚ ਆ ਗਿਆ ਤੇ ਚਲੋ ਸਮਝ ਆ ਗਈ ਤੇ ਅੱਛਾ ਜੀ ਕਰ ਲਿਆ ਤੇ ਕਰ ਲਿਆ, ਨਾ ਕਰ ਲਿਆ ਤੇ ਕੋਈ ਆ ਕੇ ਪਕੜ ਨਹੀਂ ਕਰਨ ਦਿਆ, ਕੋਈ ਪੁੱਛ ਗਿੱਛ ਨਹੀਂ ਕਰਨ ਦਿਆ, ਕੋਈ ਆ ਕੇ ਜਾਂਚ ਪੜਤਾਲ ਨਹੀਂ ਕਰਨ ਦਿਆ, ਕੋਈ ਇਹ ਕੀ ਕੀਤਾ ਜੀ, ਕੋਈ ਆ ਕੇ ਗਾਲ ਮਤਲਬ ਬੁਰਾ ਨਹੀਂ ਬੋਲ ਰਿਹਾ, ਕੋਈ ਇਹ ਕੀ ਕਰਨ ਦਿਆ, ਨਾ ਕਰ ਇੱਧਰ ਆਓ। ਮਤਲਬ ਗੈਬਤ ਦੇ ਵਿੱਚ ਕੀ ਕਹਿਣਾ ਮੌਲਾ ਨੇ, ਉਹ ਗੜਾ ਕੇ ਤੁਹਾਡੀ ਲੱਤ ਤੋੜਨ ਦੇ ਆ ਕੇ ਨਹੀਂ ਕਰ ਰਿਹਾ ਕੁਛ ਵੀ, ਮੰਨਣਾ ਬੜਾ ਅੱਛਾ ਹੈ। ਪਰ ਕੁਛ ਲੋਕ ਨੇ ਮੌਲਾ ਲਿਬਾਸਿਰ ਬਸ਼ਰੀ ਵਿੱਚ ਵੀ ਉਹਨਾਂ ਨੂੰ ਮਿਲਦੇ ਨੇ, ਕੁਛ ਲੋਕ ਨੇ ਆਪਣਾ ਘਰ ਟਿਕਾਣਾ ਵੀ ਦੱਸਦੇ ਹੁਣ, ਇੰਨਾ ਕੁਰਬ ਅਤਾ ਫਰਮਾ ਦਿੰਦੇ ਨਾ ਮੈਨੂੰ ਵੀ ਨਾ, ਬਸ ਕੀ ਕਵਾਂ, ਮਾਲਕ ਦੀ ਮਿਹਰਬਾਨੀ ਹੈ, ਬਾਕੀ ਮਿਹਰਬਾਨੀ ਵੀ ਹੈ। ਤੇ ਬਸ ਇੰਨਾ ਕੁਰਬ ਅਤਾ ਫਰਮਾ ਦਿੰਦੇ ਨੇ ਕਿ ਇੰਨੀ ਅਹਿਮੀਅਤ ਦਿੰਦੇ ਨੇ ਕਿ ਨਾ ਬੰਦਾ ਇਹਦੇ ਵਿੱਚ ਨਾ ਅਬਲੀਸੀਅਤ ਦੇ ਜਰਾਸੀਮ ਪੈਦਾ ਹੋਣ ਲੱਗ ਜਾਂਦੇ ਨੇ। ਅਬਲੀਸੀਅਤ ਦੇ ਜਰਾਸੀਮ, ਜਿਵੇਂ ਸ਼ੈਤਾਨ ਨੂੰ ਇੰਨਾ ਕੁਰਬ ਮਿਲਿਆ ਸੀ, ਇੰਨਾ ਕੁਰਬ ਮਿਲਿਆ ਸੀ, ਫਰਿਸ਼ਤਿਆਂ ਦਾ ਵੀ ਉਸਤਾਦ ਬਣਾ ਦਿੱਤਾ, ਉਹਨੂੰ ਲੱਗਣ ਲੱਗ ਗਿਆ ਮੈਂ ਜੋ ਮਰਜ਼ੀ ਕਰਾਂ, ਹੁਣ ਮੈਨੂੰ ਕੌਣ ਕੀ ਕਹਿ ਸਕਦਾ। ਠੀਕ ਹੈ, ਉਹਨੂੰ ਲੱਗਣ ਲੱਗ ਗਿਆ। ਇਸੇ ਤਰ੍ਹਾਂ ਮਾਲਕ ਫਿਰ ਜਿਹਨੂੰ ਮਿਹਰਬਾਨੀ ਕਰਦੇ ਨੇ, ਜਿਹਨੂੰ ਆਪਣਾ ਕੁਰਬ ਅਤਾ ਫਰਮਾਉਂਦੇ, ਤੇ ਉਹਨੂੰ ਫਿਰ ਬੜਾ ਹੀ ਨਿਹਾਇਤ ਹੀ ਜ਼ਿਆਦਾ ਕੁਰਬ ਅਤਾ ਫਰਮਾ ਦਿੰਦੇ ਨੇ। ਉਹ ਥੋੜ੍ਹੀ ਜਿਹੀ ਬਹੁਤਾ ਆ ਜਾਂਦਾ ਨਾ, ਫਿਰ ਤੇ ਉਹ ਬੰਦੇ ਦੇ ਵਿੱਚ ਇਬਲੀਸੀਅਤ ਦੇ ਜਰਾਸੀਮ ਪੈਦਾ ਹੋਣ ਲੱਗ ਜਾਂਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਹੁਣ ਮੌਲਾ ਤੇ ਮਿਲ ਗਏ ਨੇ, ਹੁਣ ਜੋ ਦਿਲ ਚਾਹੇਗਾ ਉਹੀ ਕਰਾਂਗੇ, ਇੱਥੋਂ ਦੀ ਕਰਕੇ ਮੌਲਾ ਨੂੰ ਵੀ ਸਿੱਧੇ ਹੀ ਜਵਾਬ ਦੇਵਾਂਗੇ, ਜੋ ਦਿਲ ਚਾਹੇ ਕਰੋਗੇ। ਇੰਨੇ ਦਲੇਰ ਹੋ ਜਾਂਦੇ ਨੇ, ਦਿਲ ਕੀਤਾ ਤੇ ਮਾਲਕ ਦੀ ਗੱਲ ਮੰਨ ਲਈ, ਦਿਲ ਕੀਤਾ ਤੇ ਨਾ ਮੰਨੀ, ਦਿਲ ਕੀਤਾ ਤੇ ਮਾਲਕ ਦੀ ਗੱਲ ਨੂੰ ਕਹੇ ਮਾਲਕ ਤੁਹਾਡੀ ਗੱਲ ਸਹੀ ਨਹੀਂ ਹੈਗੀ, ਸਾਡੀ ਗੱਲ ਸਹੀ ਹੈ। ਇੱਥੋਂ ਤਿਕਰ ਜਿਗਰੇ ਜਿਹੜੇ ਨਾ ਉਹਨਾਂ ਦੇ ਵੱਧ ਜਾਂਦੇ ਨੇ। ਇਸ ਤਰ੍ਹਾਂ ਦੇ ਵੀ ਲੋਕ ਆਏ ਨੇ। ਹੁਣ ਤੁਸੀਂ ਤੂੰ ਕਿਵੇਂ ਜਾਣਦਾ ਹੈ, ਬਸ ਯਾਰ ਕੋਈ ਜਾਣਨ ਵਾਲਾ ਦੱਸ ਦਿੰਦਾ ਨਾ ਕਿ ਐਵੇਂ ਦੇ ਵੀ ਹੁੰਦੇ ਨੇ, ਮੈਨੂੰ ਤਾਂ ਪਤਾ ਲੱਗ ਗਿਆ। ਇੱਥੋਂ ਤਿਕਰ ਦਲੇਰ ਹੋ ਜਾਂਦੇ ਨੇ ਕਿ ਮੌਲਾ ਦੀ ਗੱਲ ਦੇ ਉੱਤੇ ਆਪਣੀ ਗੱਲ ਨੂੰ ਤਰਜੀਹ ਦਿੰਦੇ ਨੇ। ਮਸਲਨ ਮੌਲਾ ਦੀ ਜਿਹੜੀ ਬਦਨੀ ਸੰਗਤ ਹੁੰਦੀ ਨਾ, ਹਾਲਾਤ ਖਰਾਬ ਕਰਨ ਲੱਗ ਜਾਂਦੀ ਹੈ। ਮਿਸਮ ਵਿਚਾਰਾ ਖਜੂਰਾਂ ਹੀ ਵੇਚਦਾ ਹੁੰਦਾ। ਠੀਕ ਹੈ, ਬੀਬੀ ਫਿਜ਼ਾ ਜਿਨ੍ਹਾਂ ਦੇ ਬਾਰੇ ਤੁਸੀਂ ਸੁਣਿਆ ਵੀ ਹੈ ਕਿ ਉਹ ਕਿਤੋਂ ਦੀ ਮਲਕਾ ਸੀ, ਪਰ ਇਹਨਾਂ ਦੀ ਆ ਕੇ ਨੁਕਰਾਨੀ ਹੋ ਗਈ ਵਿਚਾਰੀ। ਤੇ ਗੱਲ ਸਮਝ ਆ ਰਹੀ ਨਾ ਕਿ ਕੋਈ ਲੱਖਾਂ ਕਰੋੜਾਂ ਪਤੀ ਹੋਵੇ ਨਾ ਤੇ ਉਹ ਰੋੜਪਤੀ ਹੋ ਜਾਂਦਾ ਮੌਲਾ ਦੀ ਸੰਗਤ ਦੇ ਵਿੱਚ ਆ ਕੇ, ਅਕਸਰ ਐਵੇਂ ਹੁੰਦਾ ਹੈ। ਠੀਕ ਹੈ, ਲੇਕਿਨ ਜੋ ਉਹਨੂੰ ਅਸਲ ਦੌਲਤ ਮਿਲੀ ਹੁੰਦੀ, ਉਹ ਮੌਲਾ ਮਿਲ ਗਏ ਹੁੰਦੇ ਨੇ, ਉਹ ਦੌਲਤ ਖੁਦ ਠੁਕਰਾ ਦਿੰਦੇ ਨੇ। ਪਰ ਗੱਲ ਕਰਨ ਦੀ ਮਕਸਦ ਮੌਲਾ ਦੀ ਸੰਗਤ ਜਿਹੜੀ ਨਾ ਬਾਜ਼ਾਰ ਕੁਛ ਹਾਲਾਤ ਵੀ ਖਰਾਬ ਕਰਦੀ ਹੈ, ਤਾਂ ਬੰਦਾ ਸੋਚਦਾ ਹੈ ਕਿ ਯਾਰ ਇਹ ਕੀ ਹੋ ਗਿਆ।
ਫਿਰ ਮੌਲਾ ਹੁਕਮ ਫਰਮਾਨ ਕਿ ਆਪਣੀ ਬੇਟੀ ਦੀ ਸ਼ਾਦੀ ਸਾਡੇ ਗੁਲਾਮ ਨਾ ਕਰਦੇ। ਉਹ ਕਹਿੰਦੇ ਨਹੀਂ ਮਾਲਕ ਜੀ, ਅਸੀਂ ਬਰਾਦਰੀ ਤੋਂ ਬਾਹਰ ਰਿਸ਼ਤਾ ਨਹੀਂ ਕਰਦੇ, ਅਸੀਂ ਲੋਕਾਂ ਤੋਂ ਮਜਬੂਰ ਹਾਂ, ਰਿਸ਼ਤੇਦਾਰੀ ਤੋਂ ਮਜਬੂਰ ਹਾਂ, ਲਿਹਾਜ਼ਾ ਅਸੀਂ ਨਹੀਂ ਕਰ ਸਕਦੇ। ਲੋ ਜੀ, ਇੱਥੇ ਵੀ ਮਾਲਕ ਦੀ ਗੱਲ ਨੂੰ ਹਵਾ ਚੜਾ ਛੱਡਿਆ। ਇਹ ਬਦਨੀ ਸੰਗਤ ਦੀ ਮੈਂ ਗੱਲ ਕਰ ਰਿਹਾ ਕਿ ਜਿਹਦੇ ਮੌਲਾ ਦੀ ਸੰਗਤ ਬਦਨੀ ਕਿੱਡੀ ਔਖੀ ਹੈ। ਗੈਬਤ 'ਚ ਮੰਨਣਾ ਤੇ ਬੜਾ ਆਸਾਨ ਹੈ। ਅੱਛਾ ਜੀ, ਮੌਲਾ ਨੇ ਫਰਮਾਇਆ ਜੀ ਸਾਡੇ ਦੁਸ਼ਮਣਾਂ ਨਾਲ ਰਿਸ਼ਤੇਦਾਰੀ ਨਾ ਕਰਨਾ। ਉਹ ਕਹਿੰਦੇ ਨਹੀਂ ਜੀ, ਅਸੀਂ ਖਾਨਦਾਨ ਦੀ ਨਾਰਾਜ਼ਗੀ ਤੋਂ ਮਜਬੂਰ ਹਾਂ, ਮਾਲਕ ਮਜਬੂਰੀ ਹੈ ਸਾਡੀ ਖਾਨਦਾਨ ਦੇ ਵਿੱਚ, ਹੁਣ ਕੀ ਕਰੀਏ, ਰਿਸ਼ਤੇਦਾਰੀ ਹੁਣ ਛੱਡੀ ਨਹੀਂ ਜਾਂਦੀ। ਉਹ ਮਾਲਕ ਦੀ ਗੱਲ ਨੂੰ ਉੱਥੇ ਵੀ ਪਿੱਛੇ ਪਾ ਦਿੱਤਾ। ਮਾਲਕ ਨੇ ਫਰਮਾਇਆ ਜਦੋਂ ਮੈਂ ਹੁਕਮ ਦੇਵਾਂ ਸਾਰੇ ਕੰਮ ਛੱਡੋ ਤੇ ਮੇਰੇ ਕੋ ਆਓ, ਸਾਰੇ ਕੰਮ ਛੱਡ ਦੋ ਤੇ ਮੇਰੇ ਕੋ ਦੌੜੇ ਆਓ। ਉਹਨੇ ਕਿਹਾ ਨਹੀਂ ਮਾਲਕ, ਰੋਜ਼ ਕੰਮ ਤੋਂ ਛੁੱਟੀ ਨਹੀਂ ਮਿਲ ਸਕਦੀ, ਮਾਲਕ ਨੌਕਰੀ ਚਲ ਜਾਏਗੀ, ਨਹੀਂ ਆ ਸਕਦੇ, ਸੁੱਤਾ ਨਹੀਂ ਜਾਂਦਾ ਮਾਲਕ, ਸਹੀ ਟਾਈਮ ਮਤਲਬ ਬੜਾ ਲੰਘ ਜਾਂਦਾ ਹੈ, ਆਉਣ ਜੋਗਾ ਕਿਰਾਇਆ ਨਹੀਂ ਹੁੰਦਾ, ਟਾਈਮ ਕੰਮ ਤੋਂ ਟਾਈਮ ਨਹੀਂ ਮਿਲਦਾ ਤੁਹਾਡੇ ਕੋਲ ਆ ਸਕੀਏ। ਤੇ ਮਤਲਬ ਜੇ ਮੌਲਾ ਫਰਮਾਨ ਕਿ ਜੀ ਮੌਲਾ ਦੀ ਨੁਸਰਤ ਵਾਸਤੇ, ਉਹਦੇ ਜ਼ਿਕਰ ਵਾਸਤੇ ਅਸੀਂ ਕੋਈ ਇਹਤਮਾਮ ਕਰੀਏ, ਫਿਰ ਲੰਗਰ ਦਾ ਕੋਈ ਇਹਤਮਾਮ ਕਰੀਏ ਤਾਂ ਜ਼ਾਹਰੀ ਗੱਲ ਉਹਦੇ ਤੇ ਪੈਸੇ ਦੀ ਜ਼ਰੂਰਤ ਹੈ, ਰੋਟੀ ਦੀ ਜ਼ਰੂਰਤ ਹੈ, ਖਰਚੇ ਦੀ ਜ਼ਰੂਰਤ ਹੈ। ਉਹ ਕਹਿੰਦੇ ਮਾਲਕਾ ਸਾਡੇ ਤੇ ਆਪਣੇ ਖਰਚੇ ਪੂਰੇ ਨਹੀਂ ਹੁੰਦੇ, ਅਸੀਂ ਤੈਨੂੰ ਕੀ ਦਈਏ। ਗੱਲ ਸਮਝ ਰਹੇ ਹੋ? ਯਾਨੀ ਕਿ ਹਰ ਗੱਲ ਤੇ ਆਪਣੀ ਹੀ ਗੱਲ ਨੂੰ ਤਰਜੀਹ ਦਿੱਤੀ ਗਈ। ਉਹਨਾਂ ਲਿਹਾਜ਼ਾ ਸੋਚਿਆ ਯਾਰ ਮੌਲਾ ਦੀ ਬਦਨੀ ਸੰਗਤ ਤੋਂ ਤੰਗ ਆ ਗਏ, ਸੋਚੇ ਯਾਰ ਮਾਲਕ ਨੂੰ ਤਾਂ ਉਂਗਲ ਫੜਾਈ ਸੀ, ਇਹਨੇ ਤੇ ਸਾਰਾ ਦਾ ਸਾਰਾ ਹੀ ਜਕੜ ਲਿਆ, ਮਾਲਕ ਤੇ ਨਜਾਇਜ਼ ਹੀ ਫਾਇਦਾ ਚੁੱਕੀ ਜਾ ਰਿਹਾ, ਮਤਲਬ ਸਾਨੂੰ ਤੇ ਹੋਰ ਪਾਸੇ ਦਾ ਛੱਡਿਆ ਹੀ ਕੋਈ ਨਹੀਂ, ਹਰ ਵਕਤ ਕਹਿੰਦਾ ਕਿ ਮੇਰੇ ਗੋਡੇ ਗਿੱਟਿਆਂ 'ਚ ਹੀ ਬੈਠੇ ਰਹੋ। ਵੈਸੇ ਇੱਕ ਗੱਲ ਹੈ, ਜਦੋਂ ਮੌਲਾ ਨੂੰ ਮਿਲੇ ਸੀ ਉਦੋਂ ਕਹਿੰਦੇ ਸੀ ਮਾਲਕ ਸਾਡੀ ਜਾਨ ਵੀ ਤੇਰੀ, ਮਾਲ ਵੀ ਤੇਰਾ, ਸਾਰਾ ਤੇਰਾ। ਤੇ ਮਾਲਕ ਹਾਲੇ ਸਿਰਫ ਇਹ ਨਾ ਕਹਿ ਰਿਹਾ ਹੈ ਕਿ ਰਿਸ਼ਤੇਦਾਰੀ ਮੇਰੇ ਗੁਲਾਮ ਦੇ ਨਾਲ ਕਰ ਦਿਓ ਬੇਟੀ ਦੀ, ਤੇ ਉਹ ਕਹਿੰਦਾ ਇਹ ਹਾਲੇ ਸ਼ਾਦੀ ਕਰਵਾ ਰਿਹਾ, ਨਿਕਾਹ ਕਰਾ ਰਿਹਾ, ਕੋਈ 2 ਨੰਬਰ ਤੋਬਾ ਨੌਜ਼ ਦਾ ਕੰਮ ਨਹੀਂ ਕਰਵਾ ਰਿਹਾ। ਤੇ ਉਹ ਸੋਚਾਂ 'ਚ ਪੈ ਗਏ ਕਿ ਨਹੀਂ ਬਰਾਦਰੀ ਤੋਂ ਬਾਹਰ ਨਹੀਂ ਕਰਦੇ। ਜੇ ਰਿਸ਼ਤੇਦਾਰੀ ਨਾ ਕਾਇਮ ਕਰੋ ਮੌਲਾ ਦੇ ਦੁਸ਼ਮਣਾਂ ਤੋਂ, ਉਹ ਕਹਿੰਦੇ ਨਹੀਂ ਅਸੀਂ ਖਾਨਦਾਨ ਸਾਨੂੰ ਜ਼ਿਆਦਾ ਅਜ਼ੀਜ਼ ਹੈ, ਮਾਲਕ ਤੁਹਾਡੀ ਮਿਹਰਬਾਨੀ। ਯਾਨੀ ਕਿ ਮਾਲਕ ਦੀ ਗੱਲ ਨੂੰ ਕੋਈ ਅਹਿਮੀਅਤ ਨਹੀਂ। ਤੇ ਜਿੱਥੇ ਆਈ ਰੋਜ਼ੀ ਲੰਗਰ ਰੋਟੀ ਦੀ ਗੱਲ, ਤਾਂ ਮਾਲਕ ਸਾਡੇ ਤੇ ਆਪਣੇ ਖਰਚੇ ਨਹੀਂ ਪੂਰੇ ਹੁੰਦੇ, ਮਾਲਕ ਤੁਹਾਨੂੰ ਪਤਾ ਹੈ ਹੋਰ ਬੜੀ ਪਰੇਸ਼ਾਨੀ ਹੈ। ਯਾਰ ਇਹ ਜਿਹੜੇ ਲੋਕ ਕਹਿੰਦੇ ਨਾ ਮੌਲਾ ਅਲ ਅਜਲ, ਇਹ ਉਹਨਾਂ ਵਾਸਤੇ ਵੀ ਸਬਕ ਹੈ। ਅਲ ਅਜਲ ਕਹਿਣਾ ਸੌਖਾ ਨਹੀਂ ਹੈ। ਉਹਨੇ ਜਾਣ ਕੇ ਤੁਹਾਨੂੰ, ਤੁਸੀਂ ਤੇ ਆਪਣਾ ਸਿਰ, ਅੱਛਾ ਗੱਲ ਜਿੱਥੇ ਤੁਸੀਂ ਸਿਰ ਦੇਣ ਦੀ ਗੱਲ ਕੀਤੀ ਕਿ ਅਸੀਂ ਤੇ ਸਿਰ ਦੇਣ ਨੂੰ ਤਿਆਰ ਹਾਂ, ਤੇ ਉਹਨੇ ਤੇ ਹਾਲੇ ਤੁਹਾਡੇ ਕੋਲ ਥੋੜਾ ਟਾਈਮ ਮੰਗਿਆ, ਤੁਹਾਡੇ ਕੋਲ ਤਾਂ ਤੁਸੀਂ ਟਾਈਮ ਨਹੀਂ ਦੇ ਸਕਦੇ। ਜਿੱਥੇ ਤੁਸੀਂ ਕਹਿੰਦੇ ਮੈਂ ਸਾਡੀ ਮਾਲ ਔਲਾਦ ਜਾਨ ਵੀ ਤੇਰੀ, ਉੱਥੇ ਤੇ ਤੇਰੀ ਸੈਲਰੀ ਦੇ ਵਿੱਚੋਂ ਕੁਝ 2% 5% ਮੰਗਿਆ, ਤੂੰ ਤੇ ਉਹ ਵੀ ਨਹੀਂ ਦੇ ਰਿਹਾ। ਤੇ ਇਹਦਾ ਮਤਲਬ ਜਾਨ ਦੇਣ ਵਾਲੀ ਗੱਲ ਫਿਰ ਝੂਠੀ ਗੱਲ, ਸਮਝ ਰਹੇ ਹੋ? ਯਾਨੀ ਕਿ ਅਸੀਂ ਆਪਣੀ ਗੱਲ ਤੇ ਕਾਇਮ ਨਹੀਂ ਰਹਿ ਰਹੇ। ਉਦੋਂ ਕਹਿੰਦੇ ਨਹੀਂ ਯਾਰ ਇਵੇਂ ਹੁਣ ਕਰਦੇ ਆ, ਥੋੜਾ ਦੂਰੀ ਬਿਹਤਰ ਹੈ, ਘੱਟ ਮਿਲਾਂਗੇ ਨਾ ਮਾਲਕ ਨੂੰ, ਘੱਟ ਮਿਲਾਂਗੇ, ਘੱਟ ਰਾਬਤਾ ਰੱਖਾਂਗੇ ਤੇ ਬਿਹਤਰ ਹੈ। ਐਵੇਂ ਲਾਗੇ ਹੋਵਾਂਗੇ, ਰਾਬਤਾ ਰੱਖਾਂਗੇ ਤੇ ਬਈ ਰੋਜ਼ ਸਾਨੂੰ ਬੁਲਾਇਆ ਹੋਏਗਾ, ਜਦੋਂ ਦਿਲ ਕਰੇਗਾ ਆਇਓ, ਜਦੋਂ ਕੰਮ ਤੋਂ ਛੁੱਟੀ ਕਰੋ ਤੇ ਮੇਰੇ ਕੋਲ ਆਓ। ਲਿਹਾਜ਼ਾ ਬਿਹਤਰ ਪਤਾ ਕੀ ਹੈ, ਰਾਬਤਾ ਘੱਟ ਰੱਖੋ, ਚੰਗੇ ਰਹੋਗੇ, ਸਹੀ ਰਹੋਗੇ। ਯਾਨੀ ਕਿ ਕਿਸ ਤਰ੍ਹਾਂ ਜਾਨ ਛੜਾਈ ਜਾ ਰਹੀ ਹੈ। ਮੈਂ ਹੈਰਾਨ ਹੁੰਨਾ, ਹਰ ਛੋਟਾ ਵਰਕਰ ਮਤਲਬ ਉਹਦਾ ਇਹ ਕੋਸ਼ਿਸ਼ ਹੁੰਦੀ ਕਿ ਮੈਂ ਆਪਣੇ ਬੌਸ ਦੇ ਨਾਲ ਹੋਵਾਂ, ਮੈਨੂੰ ਕੰਮ ਕਵੇ ਮੈਂ ਉਹਦੇ ਨਾਲ ਹੋਵਾਂ, ਮੌਕਾ ਲੱਭਦਾ ਕਿ ਬੌਸ ਮੈਨੂੰ ਹਾਜ਼ਰ ਲਓ, ਡਿਊਟੀ ਲਓ, ਮੈਂ ਤੁਹਾਡਾ ਕੋਲ ਕੰਮ ਕਰਦਾ। ਤੇ ਕੈਸੀ ਗੱਲ ਹੈ, ਕੋਈ ਕੁਰਬ ਮਿਲਿਆ ਹੈ ਤੇ ਜਾਨ ਛੁਡਾ ਰਹੇ ਨੇ ਕਿ ਯਾਰ ਛੱਡੋ, ਸਾਨੂੰ ਤੇ ਆਪਣੀ ਜ਼ਰੂਰਤਾਂ ਦੇ ਟਾਈਮ ਨਹੀਂ ਮਿਲਦੇ, ਸਾਡੇ ਤਾਂ ਆਪਣੇ ਖਰਚੇ ਨਹੀਂ ਪੂਰੇ ਹੁੰਦੇ, ਤੇ ਅਸੀਂ ਕੀ ਕਰੀਏ। ਬਾਬਾ ਇਹ ਤੇ ਸਮਝ ਲਓ ਇੱਕ ਮਿਸਾਲ ਦਿੱਤੀ ਮੈਂ ਤੁਹਾਨੂੰ, ਮੈਂ ਮਿਸਾਲ ਦਿੱਤੀ, ਸਮਝੋ ਸਭ ਫਰਜ਼ੀ ਕਹਾਣੀ ਸੀ ਇਹ ਮੈਂ ਮਿਸਾਲ ਦਿੱਤੀ ਹੈ। ਬਾਬਾ ਮੌਲਕ ਤੁਹਾਨੂੰ ਅਗਰ ਲਿਬਾਸੇ ਬਸ਼ਰੀ 'ਚ ਮਿਲ ਗਏ ਨਾ, ਲਿਬਾਸੇ ਬਸ਼ਰੀ 'ਚ ਮੌਲਾ ਅਗਰ ਤੁਹਾਨੂੰ ਮਿਲ ਗਏ, ਤੇ ਉਹਨਾਂ ਨੇ ਇਹੋ ਜਿਹੇ ਕੰਮ ਕਹਿਣੇ ਨੇ, ਤੇ ਕੀ ਕਰੋਗੇ ਉਹਨਾਂ ਹਾਲਾਤਾਂ ਨੂੰ। ਲਿਹਾਜ਼ਾ ਆਪਣੇ ਜ਼ਿਹਨ ਸਾਜ਼ੀ ਕਰੋ, ਆਪਣੇ ਆਪ ਨੂੰ ਤਿਆਰ ਕਰੋ ਕਿ ਮਾਲਕ ਫਿਰ ਜੋ ਵੀ ਕਵੇ, ਜਾਂ ਤੇ ਇਹ ਨਾ ਕਹੋ ਕਿ ਮਾਲਕ ਸਭ ਕੁਝ ਤੇਰਾ, ਜਾਨ ਮਾਲ ਸਭ ਤੇਰਾ, ਤੇ ਜੇ ਕਹਿ ਦਿੱਤਾ ਨਾ ਤੇ ਫਿਰ ਉਹ ਰਾਬਤੇ ਵਿੱਚ ਰੱਖੋ। ਤੇ ਰਾਬਤਾ ਯਾਰ ਉਹਨੂੰ ਕਿੰਦੀ ਲੋੜ, ਉਹਨੇ ਤੇ ਜ਼ਾਫਰ ਜਿਨ ਵਰਗਿਆਂ ਨੂੰ ਕਹਿਤਾ ਸੀ ਤੇਰੀ ਕੋਈ ਲੋੜ ਨਹੀਂ, ਇਹਨੇ ਨੇ ਫਰਿਸ਼ਤਿਆਂ ਨੂੰ ਕਹਿਤਾ ਸੀ ਤੇਰੀ ਕੋਈ ਲੋੜ ਨਹੀਂ, ਪਰ ਬੰਦਿਆਂ ਨੂੰ ਕਿਹਾ ਸੀ ਕੋਈ ਹੈ ਜਿਹੜੇ ਨੁਸਰਤ ਕਰੇ, ਉਹ ਸਿਰਫ ਤੁਹਾਡੇ ਤੇ ਹੀ ਕਰਮ ਕਰਦਾ ਹੈ। ਵੈਸੇ ਇਹ ਗੱਲਾਂ ਮੈਂ ਵੀ ਕਰ ਰਿਹਾ, ਕਹਿਣੀਆਂ ਬੜੀਆਂ ਸੌਖੀਆਂ ਨੇ, ਨਿਭਾਉਣੀਆਂ ਬੜੀਆਂ ਔਖੀਆਂ ਨੇ। ਇਹ ਮੇਰੇ ਵਾਸਤੇ ਵੀ ਬਹੁਤ ਔਖੀਆਂ ਗੱਲਾਂ ਨੇ, ਕਹਿ ਤੇ ਮੈਂ ਰਿਹਾ, ਲੇਕਿਨ ਮੈਂ ਕਿਹਾ ਚਲੋ ਯਾਰ ਇਹ ਗੱਲ ਦਾ ਧਿਆਨ ਕਰਵਾ ਦਈਏ, ਇਸ ਗੱਲ ਵੱਲ ਵੀ ਕਿ ਭਈ ਗੈਬਤ 'ਚ ਮੰਨਣਾ ਬੜਾ ਸੌਖਾ ਹੈ, ਸਾਹਮਣੇ ਜਦੋਂ ਆਵੇ ਤੇ ਮੰਨਣਾ ਬੜਾ ਔਖਾ ਹੈ। ਫਿਰ ਉਹਦੇ ਕੰਮ ਕਰਨੇ ਪੈਂਦੇ ਨੇ, ਫਿਰ ਉਹਦੀ ਖਿਦਮਤ ਕਰਨੀ ਪੈਂਦੀ ਹੈ, ਫਿਰ ਉਹਦੀ ਚੌਕੀਦਾਰੀ ਕਰਨੀ ਪੈਂਦੀ ਹੈ, ਫਿਰ ਉਹਦੀ ਰੋਜ਼ੀ ਰੋਟੀ ਦੇ ਵਾਸਤੇ ਉਹਨੂੰ ਕਹੀਦਾ ਮਾਲਕਾ ਤੂੰ ਘਰ ਬਹਿ, ਅਸੀਂ ਤੇਰਾ ਜਦੋਂ ਲਿਬਾਸੇ ਬਸ਼ਰੀ 'ਚ ਹੀ ਆਇਆ ਹੈ ਨਾ, ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਨਹੀਂ ਇਹ ਸਾਰੇ ਕੰਮ ਕੀਤੇ। ਲਿਹਾਜ਼ਾ ਮੈਂ ਮੌਲਾ ਇਮਾਮ ज़मां को माफ़ी ਮੰਗਾਂਗਾ अगर मेरे को गलती कताइयाँ होइयां, किते गुनाह होया, मौला माफ़ फरमान। बाकी हुब्बे अली रहमतुल्लाह।
ਬੁਗਜ਼ੀ ਅਲੀ ਲਾਨਤੁल्लाह ਬੇਸ਼ੁਮਾਰ।